यीशु बुलाता तुम्हें, यीशु बुलाता तुम्हें, बड़ी चाहत से तुम्हें बाहों में लेने। यीशु बुलाता तुम्हें, यीशु बुलाता तुम्हें, यीशु बुलाता तुम्हें। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਕਿਰਪਾਲੂ ਮਿਹਰਬਾਨ ਪ੍ਰੇਮੀ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ, ਕਿਉਂਕਿ ਤੂੰ ਸਾਨੂੰ ਕਿਰਪਾ ਦੇ ਨਾਲ ਆਪਣੇ ਰਾਜ ਵਿੱਚ ਲੈ ਕੇ ਚੱਲਦਾ ਕਿ ਤੇਰੇ ਨਾਮ ਨੂੰ ਆਦਰ ਮਾਨ ਅਤੇ ਸਨਮਾਨ ਦੇ ਸਕੀਏ। ਪਰਮੇਸ਼ਰ, ਅੱਜ ਦੇ ਵਚਨ ਦੇ ਰਾਹੀਂ ਸਾਨੂੰ ਆਪ ਦੇ ਰਾਜ ਵਿੱਚ ਵਧਣ ਦੇ ਲਈ ਔਰ ਆਪ ਦੀ ਮੁਕਤੀ ਨੂੰ ਪਛਾਣ ਕੇ ਆਪ ਦੇ ਵਿੱਚ ਯਕੀਨੀ ਅੱਗੇ ਵਧਣ ਦੇ ਲਈ ਸਾਡੀ ਮਦਦ ਕਰੀ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਸੁਣਨ ਵਾਲੇ ਅਤੇ ਬੋਲਣ ਵਾਲੇ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ 'ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਨਿਤ ਪ੍ਰਤੀ ਦਿਨ ਸਾਡੇ ਜੀਵਨ ਦੇ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਹੈ। ਅਸੀਂ ਆਪਣੇ ਜੀਵਨ ਦੀਆਂ ਮੁੱਖ ਗੱਲਾਂ ਨੂੰ ਨਹੀਂ ਸਮਝਦੇ। ਬਹੁਤ ਸਾਰੇ ਲੋਕ ਅੱਜ ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਸਮਝ ਤੋਂ, ਬਿਨਾਂ ਕਿਸੇ ਸਲਾਹ ਤੋਂ ਆਪਣੇ ਜੀਵਨ ਦੇ ਵਿੱਚੋਂ ਭਟਕ ਚੁੱਕੇ ਆ ਔਰ ਭਟਕ ਵੀ ਰਹੇ ਆ। ਉਸ ਦਾ ਕਾਰਨ ਮੈਂ ਪਰਮੇਸ਼ਰ ਦੇ ਵਚਨ ਦੇ ਨਾਲ ਜਦੋਂ ਮਨਨ ਕਰ ਰਿਹਾ ਸਾਂ ਤਾਂ ਪਰਮੇਸ਼ਰ ਨੇ ਮੈਨੂੰ ਇਸ ਦਾ ਸਹੀ ਪ੍ਰਤੀਉੱਤਰ ਦਿੱਤਾ। ਇਸ ਦਾ ਕਾਰਨ ਕੀ ਹੈ? ਅਸੀਂ ਪਰਮੇਸ਼ਰ ਦੇ ਵਚਨ ਦੇ ਨੇੜੇ ਨਹੀਂ ਜਾਂਦੇ। ਜਦੋਂ ਅਸੀਂ ਪਰਮੇਸ਼ਰ ਦੇ ਵਚਨ ਦੇ ਨੇੜੇ ਨਹੀਂ ਜਾਂਦੇ, ਆਪਣੇ ਜੀਵਨ ਨੂੰ ਉਸ ਤੋਂ ਨਹੀਂ ਪੁੱਛਦੇ, ਪਰਮੇਸ਼ਰ ਤੇਰੀ ਮੇਰੇ ਜੀਵਨ ਵਿੱਚ ਰਜ਼ਾ ਕੀ ਹੈ, ਮਰਜ਼ੀ ਕੀ ਹੈ, ਤਦ ਤੱਕ ਸਾਡੇ ਰਸਤੇ ਕਲੀਅਰ ਨਹੀਂ ਹੁੰਦੇ ਔਰ ਅਸੀਂ ਆਪਣੇ ਰਸਤਿਆਂ ਦੇ ਵਿੱਚ ਭਟਕ ਜਾਂਦੇ ਹਾਂ। ਔਰ ਜਦੋਂ ਭਟਕ ਜਾਂਦੇ ਹਾਂ ਤਾਂ ਉਸ ਭਟਕਣ ਦਾ ਦੋਸ਼ ਵੀ ਅਸੀਂ ਦੂਸਰਿਆਂ ਤੇ ਲਾ ਦਿੰਦੇ ਜਾਂ ਕਿਸੇ ਤੇ ਲਾ ਦਿੰਦੇ ਕਿ ਉਹ ਸਾਡੀ ਹੈਲਪ ਨਹੀਂ ਕਰ ਰਿਹਾ, ਉਹ ਸਾਡੀ ਮਦਦ ਨਹੀਂ ਕਰ ਰਿਹਾ ਅਤੇ ਅਸੀਂ ਇਸ ਤਰ੍ਹਾਂ ਹੋ ਗਏ। ਪਰਮੇਸ਼ਰ ਹਰ ਇੱਕ ਗੱਲ ਨੂੰ ਸਾਡੇ ਵਿੱਚ ਕਲੀਅਰੈਂਸ ਕਰਦਾ ਹੈ। ਅੱਜ ਦਾ ਜੋ ਮੇਰਾ ਵਿਸ਼ਾ ਹੈ ਉਹ ਹੈ ਇੱਕ ਵਿਸ਼ਵਾਸੀ ਨੂੰ ਪਰਮੇਸ਼ਰ ਵੱਲੋਂ ਸੱਦਿਆ ਗਿਆ ਹੈ। ਮਤਲਬ ਇੱਕ ਵਿਸ਼ਵਾਸੀ ਨੂੰ ਪਰਮੇਸ਼ਰ ਵੱਲੋਂ ਬੁਲਾਹਟ ਹੁੰਦੀ ਹੈ। ਉਹ ਸਾਡੇ ਆਪਣੇ ਆਪ ਦੇ ਵਿੱਚ ਨਹੀਂ, ਸਰਵਪ੍ਰਥਮ ਜੋ ਬੁਲਾਹਟ ਹੈ ਉਹ ਕਿਸ ਤਰ੍ਹਾਂ ਹੈ? ਇਸ ਵਚਨ ਨੂੰ ਜੋ ਮੈਂ ਇਸ ਗੱਲ ਦੇ ਉੱਤੇ ਲਿਆ ਹੈ ਉਹ ਹੈ ਮਤੀ ਦੀ ਅੰਜੀਲ 9 ਅਧਿਆਇ ਉਸ ਦੀ 13 ਹੈ। ਕਹਿੰਦਾ, ਪਰ ਤੁਸੀਂ ਜਾ ਕੇ ਇਸ ਦਾ ਅਰਥ ਸਿੱਖੋ ਕਿ ਮੈਂ ਬਲੀਦਾਨ ਨੂੰ ਨਹੀਂ ਪਰ ਦਇਆ ਨੂੰ ਚਾਹੁੰਦਾ ਹਾਂ, ਕਿਉਂ ਜੋ ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਬੁਲਾਉਣਾ ਹੈ। ਇਹਦਾ ਮਤਲਬ ਪਹਿਲੀ ਬੁਲਾਹਟ ਸ੍ਰਿਸ਼ਟੀ ਦੇ ਹਰ ਇੱਕ ਵਿਅਕਤੀ ਦੇ ਲਈ ਪਰਮੇਸ਼ਵਰ ਨੇ ਨਿਯੁਕਤ ਕੀਤੀ ਹੋਈ ਹੈ ਪਾਪ ਤੋਂ ਬਚਣ ਦੇ ਲਈ। ਔਰ ਪਹਿਲਾ ਹੈ ਸਭ ਨੂੰ ਮੁਕਤੀ ਦਾ ਸੱਦਾ ਪਰਮੇਸ਼ਰ ਵੱਲੋਂ ਹੈ। ਸਭ ਨੂੰ ਮੁਕਤੀ ਦਾ ਸੱਦਾ, ਮੁਕਤੀ ਦੀ ਬੁਲਾਹਟ ਪਰਮੇਸ਼ਰ ਨੇ ਸਭ ਮਨੁੱਖਾਂ ਨੂੰ ਦਿੱਤੀ ਹੋਈ ਹੈ। ਇੱਥੇ ਅਸੀਂ ਹੀ ਪੜ੍ਹਦੇ ਹਾਂ। ਔਰ ਇਹ ਬੁਲਾਹਟ ਕਿਉਂ ਹੈ? ਕਿਉਂਕਿ ਪਰਮੇਸ਼ਰ ਦੀ ਨਜ਼ਰ 'ਚ ਸਭ ਵਿਅਕਤੀ ਪਾਪ ਦੇ ਹੇਠ ਹੈ ਔਰ ਪਾਪ ਦੇ ਵਿੱਚ ਹੈ। ਔਰ ਪਰਮੇਸ਼ਰ ਨਹੀਂ ਚਾਹੁੰਦਾ ਕਿ ਕੋਈ ਵੀ ਮਨੁੱਖ ਨਾਸ਼ ਹੋਵੇ। ਜਦੋਂ ਅਸੀਂ ਹਿਜ਼ਕੀਏਲ ਦੀ ਪੁਸਤਕ ਉਸ ਦਾ 18 ਅਧਿਆਇ ਉਸ ਦੀ ਅੰਤਿਮ ਆਇਤ ਪੜ੍ਹਦੇ ਹਾਂ ਤਾਂ ਉਸ ਵਿੱਚ ਲਿਖਿਆ ਹੈ, ਪਰਮੇਸ਼ਰ ਨੂੰ ਕਿਸੇ ਵੀ ਮਨੁੱਖ ਦੇ ਮਰਨ ਤੋਂ ਖੁਸ਼ੀ ਨਹੀਂ, ਬਲਕਿ ਸਭੇ ਮੁੜਨ ਅਤੇ ਜਿਉਂਦੇ ਰਹਿਣ। ਇਹਦਾ ਮਤਲਬ ਪਹਿਲੀ ਕਾਲ ਜੋ ਪਰਮੇਸ਼ਰ ਦੀ ਹੈ ਉਹ ਇਹ ਹੈ, ਸਭ ਮਨੁੱਖ ਮੁੜਨ ਅਤੇ ਜਿਉਂਦੇ ਰਹਿਣ। ਕਿਸ ਗੱਲ ਤੋਂ ਮੁੜਨ? ਪਾਪ ਤੋਂ। ਪਰਮੇਸ਼ਰ ਨੇ ਇਸ ਪਾਪ ਤੋਂ ਬਚਣ ਦੇ ਲਈ ਮਨੁੱਖੀ ਜੀਵਨ ਦਾ ਕੀ ਕੀਤਾ ਹੈ? ਨਿਵਾਰਨ ਕੀਤਾ ਹੈ, ਹੱਲ ਕੀਤਾ ਹੈ। ਕਿਉਂਕਿ ਮਨੁੱਖ ਆਪਣੇ ਆਪ ਦੇ ਵਿੱਚ ਆਪਣੇ ਪਾਪਾਂ ਤੋਂ ਨਹੀਂ ਬਚ ਸਕਦਾ। ਹਰ ਇੱਕ ਅਸੀਂ ਇਤਿਹਾਸ ਪੜ੍ਹ ਕੇ ਦੇਖ ਲਈਏ ਕਿ ਬਹੁਤ ਸਾਰੇ ਮਨੁੱਖਾਂ ਨੇ ਤਰ੍ਹਾਂ ਤਰ੍ਹਾਂ ਦੇ ਪ੍ਰਯਾਸ ਕੀਤੇ ਪਰ ਉਹਨਾਂ ਨੂੰ ਪਾਪ ਤੋਂ ਨਜਾਤ ਨਹੀਂ ਮਿਲੀ ਹੈ। ਪਰ ਪਰਮੇਸ਼ਵਰ ਨੇ ਅੰਤਿਮ ਇਹਨਾਂ ਦਿਨਾਂ ਦੇ ਵਿੱਚ ਆਪਣੇ ਪਿਆਰੇ ਪੁੱਤਰ ਦੇ ਰਾਹੀਂ ਸਰਬੱਤ ਮਨੁੱਖ ਜਾਤੀ ਦੇ ਪਾਪਾਂ ਦਾ ਨਿਵਾਰਨ ਕੀਤਾ ਹੈ, ਹੱਲ ਕੀਤਾ ਹੈ।
ਬਾਣੀ ਦੇ ਵਿੱਚ ਲਿਖਿਆ ਹੈ, ਉਹ ਮਨੁੱਖ ਦੀ ਸ਼ਕਲ ਦੇ ਵਿੱਚ ਪੈਦਾ ਹੋਇਆ, ਇਸ ਧਰਤੀ ਦੇ ਵਿੱਚ ਆਇਆ, ਔਰ ਇਸ ਧਰਤੀ ਦੇ ਵਿੱਚ ਉਸਨੇ ਸਭ ਪਾਪੀ ਮਨੁੱਖਾਂ ਦਾ ਕਰਜ਼ ਆਪਣੀ ਦੇਹ ਨੂੰ, ਆਪਣੀ ਜਾਨ ਨੂੰ ਦੇ ਕੇ ਚੁਕਾਇਆ ਹੈ। ਉਹ ਕਾਲਵਰੀ ਕਰੂਸ ਦੇ ਉੱਤੇ ਮਾਰਿਆ ਗਿਆ, ਉਸ ਦੇ ਮੂੰਹ ਤੇ ਥੁੱਕਿਆ ਗਿਆ, ਉਸ ਦੀ ਦਾੜੀ ਦਾ ਵਾਲ ਨੋਚਿਆ ਗਿਆ, ਸਿਰ ਦੇ ਉੱਤੇ ਕੰਡਿਆਂ ਦਾ ਤਾਜ ਪਾਇਆ ਗਿਆ, ਹੱਥਾਂ ਪੈਰਾਂ ਦੇ ਵਿੱਚ ਕਿੱਲ ਮਿੱਧੇ ਗਏ, ਪਿੱਠ 39 ਕੋੜਿਆਂ ਦੇ ਨਾਲ ਛਲਣੀ ਕੀਤੀ ਗਈ, ਔਰ ਵੱਖੀ ਦੇ ਵਿੱਚ ਨੇਜ਼ੇ ਦੀ ਮਾਰ ਮਾਰੀ ਗਈ, ਔਰ ਨਿੰਦਿਤ ਕੀਤਾ ਗਿਆ, ਔਰ ਉਸ ਦਾ ਮਜ਼ਾਕ ਕੀਤਾ ਗਿਆ। ਇਹ ਸਭ ਕੁਝ ਉਸਨੇ ਕਾਲਵਰੀ ਕਰੂਸ ਦੇ ਉੱਤੇ ਸਹਿ ਕੇ ਮੇਰੇ ਅਤੇ ਆਪ ਦੇ ਜੀਵਨ ਨੂੰ ਬਚਾਉਣ ਦੇ ਲਈ ਪਰਮੇਸ਼ਰ ਪਿਤਾ ਦੇ ਸਾਹਮਣੇ ਕਿਹਾ, ਪਿਤਾ ਇਹਨਾਂ ਨੂੰ ਮਾਫ ਕਰ, ਇਹ ਨਹੀਂ ਜਾਣਦੇ ਕੀ ਕਰਦੇ ਨੇ। ਜਦੋਂ ਅਸੀਂ ਲੂਕਾ ਦੀ ਅੰਜੀਲ ਉਸ ਦਾ 23 ਅਧਿਆਇ ਉਸ ਦੀ 34 ਆਇਤ ਪੜ੍ਹਦੇ ਹਾਂ ਤਾਂ ਉੱਥੇ ਇਹ ਜੋ ਪਾਪੀ ਮਨੁੱਖਾਂ ਨੂੰ ਬਚਾਵ ਦਾ ਸੱਦਾ ਪਰਮੇਸ਼ਰ ਪੁੱਤਰ ਵੱਲੋਂ ਦਿੱਤਾ ਗਿਆ, ਔਰ ਪਰਮੇਸ਼ਰ ਪੁੱਤਰ ਵੱਲੋਂ ਪਿਤਾ ਦੇ ਸਨਮੁਖ ਇੱਕ ਵਿਚੋਲੇ ਦੀ ਮਾਨੰਦ ਮੇਰੇ ਅਤੇ ਆਪ ਦੇ ਲਈ ਪਾਪ ਮਾਫੀ ਦੀ ਉਸਨੇ ਅਰਦਾਸ ਕੀਤੀ। ਅੱਜ ਜਿੰਨੇ ਵੀ ਉਸ ਦੇ ਵਿੱਚ ਤੌਬਾ ਕਰਦੇ ਆ, ਨਵਾਂ ਜਨਮ ਲੈਂਦੇ ਆ, ਉਹ ਇਸ ਸੱਦੇ ਦੇ ਵਿੱਚ ਸ਼ਾਮਿਲ ਹੋ ਕੇ ਪਰਮੇਸ਼ਵਰ ਦੇ ਪੁੱਤਰ ਬਣਦੇ ਆ। ਪਹਿਲੀ ਗੱਲ, ਸਭ ਨੂੰ ਮੁਕਤੀ ਦਾ ਸੱਦਾ ਉਸਨੇ ਦਿੱਤਾ ਹੈ ਕਿਉਂਕਿ ਸਭ ਪਾਪੀ ਹੈ। ਦੂਸਰੀ ਗੱਲ ਹੈ ਪਵਿੱਤਰਤਾ ਦਾ ਸੱਦਾ, ਪਵਿੱਤਰ ਜੀਵਨ ਉਹ ਸਾਨੂੰ ਦਿੰਦਾ ਹੈ। ਅਸੀਂ ਇਸ ਗੱਲ ਨੂੰ ਪਹਿਲਾ ਥੈਸਲੋਨੀਕ ਦੀ ਪੁਸਤਕ ਉਸ ਦਾ 4 ਅਧਿਆਇ ਉਸ ਦੀ 3 ਆਇਤ ਆਪ ਦੇ ਨਾਲ ਮੈਂ ਪੜਾਂਗਾ। ਪਹਿਲਾ ਥੈਸਲੋਨੀਕ ਦੀ ਪੁਸਤਕ ਉਸ ਦਾ 4 ਅਧਿਆਇ ਉਸ ਦੀ 3 ਆਇਤ। ਇੱਥੇ ਲਿਖਿਆ 4 ਦਾ 3 ਦੇ ਵਿੱਚ ਕਹਿੰਦਾ ਹੈ, ਪਰਮੇਸ਼ਰ ਦੀ ਇੱਛਾ ਤੁਹਾਡੀ ਪਵਿੱਤਰਤਾਈ ਦੀ ਹੈ, ਭਾਈ ਤੁਸੀਂ ਹਰਾਮਕਾਰੀ ਤੋਂ ਬਚੇ ਰਹੋ। ਪਰਮੇਸ਼ਰ ਦੀ ਇੱਛਾ ਪਵਿੱਤਰਤਾਈ ਦੀ ਹੈ। ਇਹਦਾ ਮਤਲਬ ਪਰਮੇਸ਼ਰ ਹਰ ਇੱਕ ਵਿਸ਼ਵਾਸੀ ਨੂੰ ਜੋ ਤੌਬਾ ਕਰ ਚੁੱਕਾ ਹੈ ਉਹਦੀ ਇੱਛਾ ਹੈ ਪਵਿੱਤਰਤਾਈ ਦੀ। ਪਵਿੱਤਰਤਾਈ ਦਾ ਮਤਲਬ ਜਿਹਨੂੰ ਅਸੀਂ ਸੈਂਟੀਫਿਕੇਸ਼ਨ ਇੰਗਲਿਸ਼ ਦੇ ਵਿੱਚ ਕਹਿੰਦੇ, ਪਵਿੱਤਰਤਾ ਦੇ ਵਿੱਚ ਦਿਨ ਪ੍ਰਤੀ ਦਿਨ ਵਧਣਾ। ਪਵਿੱਤਰਤਾ ਦੇ ਵਿੱਚ ਇਹ ਕਿਵੇਂ ਵੱਧ ਸਕਦੇ ਆ, ਕਿਵੇਂ ਕਰ ਸਕਦੇ ਆ? ਪਰਮੇਸ਼ਵਰ ਦੇ ਵਚਨ ਦੇ ਨਾਲ। ਜਦੋਂ ਅਸੀਂ ਇਸ ਵਚਨ ਦਾ ਅਧਿਐਨ ਕਰਦੇ ਹਾਂ, ਔਰ ਇਸੇ ਦਾ ਅਸੀਂ ਜਦੋਂ 5 ਦਾ 23-24 ਪੜ੍ਹਦੇ ਹਾਂ ਤਾਂ ਇੱਥੇ ਲਿਖਿਆ ਹੈ 23-24 ਦੇ ਵਿੱਚ, ਅਤੇ ਸ਼ਾਂਤੀ ਦਾਤਾ ਪਰਮੇਸ਼ਰ ਆਪੇ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ, ਔਰ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਵੇਲੇ ਦੋਸ਼ ਰਹਿਤ ਸੰਪੂਰਨ ਬਚਿਆ ਰਹੇ। ਤੁਹਾਡਾ ਸੱਦਣ ਵਾਲਾ ਵਫਾਦਾਰ ਹੈ ਅਤੇ ਉਹ ਅਜਿਹਾ ਹੀ ਕਰੇਗਾ। ਸਾਨੂੰ ਨਿਤ ਪ੍ਰਤੀ ਦਿਨ ਆਪਣੇ ਵਚਨ ਦੇ ਨਾਲ ਪਵਿੱਤਰ ਕਰਦਾ ਹੈ। ਮੈਂ ਆਪਣੇ ਆਪ ਤੋਂ ਪਵਿੱਤਰ ਨਹੀਂ ਹੋ ਸਕਦਾ। ਜਿਵੇਂ ਜਿਵੇਂ ਮੈਂ ਵਚਨ ਨੂੰ ਪੜ੍ਹਦਾ ਜਾਂਦਾ ਹਾਂ, ਇਸ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਅਪਲਾਈ ਕਰਦਾ ਹਾਂ, ਕਿਉਂਕਿ ਇਹ ਵਚਨ ਜਦੋਂ ਮੇਰੇ ਵਿੱਚ ਆਉਂਦਾ ਹੈ ਤਾਂ ਮੇਰੇ ਵਿੱਚ ਚਾਨਣ ਪ੍ਰਗਟ ਕਰਦਾ। ਜਿੱਥੇ ਹਨੇਰਾ ਹੈ ਉਸ ਹਨੇਰੇ ਨੂੰ ਮੇਰੇ ਵਿੱਚੋਂ ਦੂਰ ਕਰਨ ਦੇ ਲਈ ਮੇਰੀ ਮਦਦ ਕਰਦਾ ਹੈ। ਇਹਦਾ ਮਤਲਬ ਪਰਮੇਸ਼ਵਰ ਨੇ ਮੈਨੂੰ ਪਵਿੱਤਰਤਾਈ ਲਈ ਸੱਦਿਆ ਹੈ। ਇਸ ਲਈ ਸੱਦਿਆ ਕਿ ਮੈਂ ਉਸ ਵਿੱਚ ਪਵਿੱਤਰ ਹੋ ਕੇ, ਪਵਿੱਤਰ ਕਿੱਦਾਂ ਹੁੰਦਾ ਹੈ? ਜਦੋਂ ਮੈਂ ਤੌਬਾ ਕਰ ਲੈਂਦਾ। ਪਵਿੱਤਰ ਹੋ ਕੇ ਜਦੋਂ ਮੈਂ ਪਰਮੇਸ਼ਵਰ ਦਾ ਪੁੱਤਰ ਬਣ ਜਾਂਦਾ ਹਾਂ, ਦਿਨ ਅਤੇ ਰਾਤ ਇਸ ਵਚਨ ਦਾ ਮਨਨ ਕਰਦਾ ਹਾਂ, ਤਾਂ ਉਸ ਦੀ ਪਵਿੱਤਰਤਾਈ ਦਿਨ ਪ੍ਰਤੀ ਦਿਨ ਮੈਨੂੰ ਪਰਮੇਸ਼ਵਰ ਦੇ ਸਵਰੂਪ ਵਿੱਚ ਲੈ ਕੇ ਚੱਲਦੀ ਹੈ, ਜਿਸ ਦੇ ਨਾਲ ਮੈਂ ਪਵਿੱਤਰਤਾ ਦੇ ਵਿੱਚ ਅੱਗੇ ਵਧਦਾ ਜਾਂਦਾ। ਤੀਸਰੀ ਗੱਲ, ਤੀਸਰਾ ਸੱਦਾ ਜੋ ਹੈ ਉਹ ਸੇਵਾ ਲਈ ਸੱਦਾ ਹੈ। ਸੇਵਾ ਲਈ ਸੱਦਾ ਹੈ। ਸੇਵਾ ਦਾ ਸੱਦਾ ਮਤਲਬ ਇਸ ਦਾ ਕੀ ਕਾਰਨ ਹੈ? ਸਥਾਈ ਜਗ੍ਹਾ ਤੇ ਜਿੱਥੇ ਅਸੀਂ ਹਾਂ, ਚਾਹੇ ਅਸੀਂ ਘਰ ਦੇ ਵਿੱਚ ਆ, ਚਾਹੇ ਅਸੀਂ ਦੁਕਾਨ ਦੇ ਵਿੱਚ ਆ, ਚਾਹੇ ਅਸੀਂ ਮਜ਼ਦੂਰੀ ਦੇ ਖੇਤਰ ਵਿੱਚ ਆ, ਚਾਹੇ ਵਿਦੇਸ਼ਾਂ ਦੇ ਵਿੱਚ ਕਿਤੇ ਕੰਮ ਕਰ ਰਹੇ ਹਾਂ, ਕਿਤੇ ਵੀ ਹੈ, ਸਥਾਈ ਜਗ੍ਹਾ ਦੇ ਵਿੱਚ ਅਸੀਂ ਪਰਮੇਸ਼ਰ ਦੇ ਪੁੱਤਰ ਹੋ ਕੇ ਪਰਮੇਸ਼ਰ ਦੇ ਲਈ ਫਲ ਇਕੱਠੇ ਕਰਨ ਵਾਲੇ ਹੋਈਏ। ਇਹ ਸੱਦਾ, ਇਹਦਾ ਮਤਲਬ ਇਹ ਸੇਵਕਾਈ ਕਿਤੇ ਵੀ ਹੈ।
ਜਾਓ ਜਾ ਕੇ ਸਰਵਤ ਸ੍ਰਿਸ਼ਟੀ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰੋ। ਔਰ ਇਹ ਅਸੀਂ ਮਰਕੁਸ ਦੀ ਅੰਜੀਲ 16 ਅਧਿਆਏ ਉਸ ਦੀ 15 ਆਇਤ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਐਲਾਨ ਪੜ੍ਹਦੇ ਹਾਂ। ਔਰ ਇਸ ਦੇ ਵਿੱਚ ਮੈਂ ਕੁਝ ਗੱਲਾਂ ਆਪ ਨੂੰ ਦੱਸਣਾ ਚਾਹੁੰਦਾ ਹਾਂ। ਯਹੰਨਾ ਦੀ ਅੰਜੀਲ ਉਸ ਦਾ 15 ਅਧਿਆਏ ਉਸ ਦੀ 16 ਆਇਤ ਦੇ ਵਿੱਚ ਪਰਮੇਸ਼ਰ ਵਿਸ਼ਵਾਸੀਆਂ ਦੇ ਸੱਦੇ ਨੂੰ ਕਲੀਅਰ ਕਰਦਾ ਹੈ। 15 ਅਧਿਆਏ ਉਸ ਦੀ 16 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, ਕਹਿੰਦਾ ਹੈ, ਤੁਸਾਂ ਮੈਨੂੰ ਨਹੀਂ ਚੁਣਿਆ। ਕਿੰਨੀ ਵੱਡੀ ਗੱਲ ਹੈ। ਅਸੀਂ ਪਰਮੇਸ਼ਰ ਕੋਲ ਨਹੀਂ ਆਏ, ਪਰਮੇਸ਼ਰ ਪੁੱਤਰ ਸਾਡੇ ਕੋਲ ਆਇਆ, ਉਹਨੇ ਸਾਨੂੰ ਚੁਣਿਆ। ਕਾਹਦੇ ਲਈ ਚੁਣਿਆ ਉਹ ਅਸੀਂ ਦੇਖਦੇ ਹਾਂ। ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਅਤੇ ਤੁਹਾਨੂੰ ਠਹਿਰਾਇਆ ਸੀ, ਜੋ ਤੁਸੀਂ ਜਾ ਕੇ ਫਲਦਾਰ ਹੋਵੋ ਅਤੇ ਤੁਹਾਡਾ ਫਲ ਕਾਇਮ ਰਹੇ, ਤਾਂ ਜੋ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਪਿਤਾ ਤੋਂ ਮੰਗੋ ਤੁਹਾਨੂੰ ਦੇਵੇਗਾ। ਇਹਦਾ ਮਤਲਬ ਪਰਮੇਸ਼ਰ ਮੈਨੂੰ ਆਪਣੀ ਸੇਵਕਾਈ ਦੇ ਲਈ ਇਸ ਲਈ ਸਾਦਾ ਹੈ ਕਿ ਮੈਂ ਆਪਣੇ ਜੀਵਨ ਦੇ ਵਿੱਚ ਪ੍ਰਭੂ ਦੀ ਖੁਸ਼ਖਬਰੀ ਦੇ ਨਾਲ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਉਸ ਦਾ ਸੰਦੇਸ਼ ਦੇਵਾਂ। ਕੰਮ ਮੇਰਾ ਬਚਾਉਣਾ ਨਹੀਂ ਹੈ, ਮੇਰਾ ਕੰਮ ਹੈ ਸੰਦੇਸ਼ ਫੈਲਾਉਣਾ। ਬਚਾਉਣਾ ਪਰਮੇਸ਼ਰ ਦਾ ਕੰਮ ਹੈ। ਔਰ ਪਰਮੇਸ਼ਰ ਦਾ ਆਤਮਾ ਜਦੋਂ ਉਹਨਾਂ ਦੇ ਦਿਲਾਂ ਦੇ ਵਿੱਚ ਇਸ ਖੁਸ਼ਖਬਰੀ ਦੇ ਨਾਲ, ਇਸ ਵਚਨ ਦੇ ਨਾਲ ਗੱਲ ਕਰਦਾ ਹੈ, ਉਹਨਾਂ ਦੇ ਕਠੋਰ ਦਿਲਾਂ ਨੂੰ ਤੋੜਦਾ ਹੈ, ਤਾਂ ਉਹ ਪਰਮੇਸ਼ਰ ਵੱਲ ਮੁੜਦੇ ਹੈ। ਔਰ ਜਦੋਂ ਪਰਮੇਸ਼ਰ ਵੱਲ ਮੁੜਦੇ ਹੈ ਤਾਂ ਇਹਦਾ ਮਤਲਬ ਉਹ ਫਲ, ਉਹ ਸੇਵਾ ਦਾ ਫਲ ਜਿਸ ਦੇ ਲਈ ਪਰਮੇਸ਼ਰ ਨੇ ਤੁਹਾਨੂੰ ਸੱਦਿਆ ਹੈ, ਉਹ ਪ੍ਰਗਟ ਹੁੰਦਾ ਹੈ। ਇਹ ਹੈ ਸੇਵਾ। ਜਿੱਥੇ ਵੀ ਤੁਸੀਂ ਰਹਿ ਰਹੇ ਹੋ, ਸਥਾਈ ਤਰੀਕੇ ਦੇ ਨਾਲ ਆਪਣੇ ਆਸ ਪੜੋਸ ਦੇ ਵਿੱਚ, ਆਪਣੇ ਆਸ ਪੜੋਸ ਦੇ ਸਮਾਜ ਦੇ ਵਿੱਚ, ਆਪਣੇ ਆਸ ਪੜੋਸ ਦੇ ਖੇਤਰ ਦੇ ਵਿੱਚ ਤੁਸੀਂ ਇਸ ਗੱਲ ਦਾ ਪ੍ਰਚਾਰ ਕਰਨਾ, ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਇਸ ਸੇਵਾ ਦੇ ਲਈ ਸੱਦਿਆ ਹੈ, ਚੁਣਿਆ ਹੈ। ਇਹ ਹੈ ਤੀਸਰੀ ਗੱਲ। ਚੌਥੀ ਗੱਲ, ਸੰਸਾਰ ਤੋਂ ਅਲੱਗ ਹੋਣ ਦਾ ਸੱਦਾ। ਇਹ ਐਵਰੀ ਹਰ ਇੱਕ ਮਸੀਹੀ ਦੇ ਲਈ ਹੈ, ਇਹ ਮੇਰੇ ਲਈ ਨਹੀਂ। ਹਰ ਇੱਕ ਵਿਸ਼ਵਾਸੀ ਜੋ ਵਿਸ਼ਵਾਸ ਕਰਦਾ ਹੈ, ਉਸ ਨੂੰ ਪਰਮੇਸ਼ਰ ਸੰਸਾਰ ਤੋਂ ਅਲੱਗ ਹੋਣ ਦਾ ਸੱਦਾ ਦਿੰਦਾ ਹੈ। ਬਾਈਬਲ ਦੇ ਵਿੱਚ ਕੀ ਲਿਖਿਆ ਹੈ? ਪਹਿਲੀ ਗੱਲ, ਅਸੀਂ ਜਦੋਂ ਇਸੇ 15 ਅਧਿਆਏ ਦੀ ਅਸੀਂ 19 ਅਤੇ 20 ਆਇਤ ਪੜ੍ਹਦੇ ਹਾਂ। 19 ਆਇਤ ਮੈਂ ਆਪਦੇ ਲਈ ਪੜ੍ਹ ਰਿਹਾ, ਜੇ ਤੁਸੀਂ ਜਗਤ ਦੇ ਹੁੰਦੇ ਤਾਂ ਜਗਤ ਆਪਣਿਆਂ ਨਾਲ ਤੇ ਕਰਦਾ, ਪਰ ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ, ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ, ਇਸ ਕਰਕੇ ਜਗਤ ਤੁਹਾਡੇ ਨਾਲ ਬੈਰ ਕਰਦਾ ਹੈ। ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ, ਕਾਹਦੇ ਲਈ? ਪਵਿੱਤਰਤਾਈ ਦੇ ਲਈ, ਪਰਮੇਸ਼ਰ ਦੇ ਪਵਿੱਤਰ ਪ੍ਰੇਮ ਦੇ ਲਈ, ਪਰਮੇਸ਼ਰ ਦੇ ਪਵਿੱਤਰ ਰਾਜ ਦੀ ਸੱਚਾਈ ਦੇ ਲਈ, ਪਰਮੇਸ਼ਰ ਦੇ ਪਵਿੱਤਰ ਰਾਜ ਦੇ ਮੇਲ ਮਿਲਾਪ ਦੇ ਲਈ ਮੈਂ ਤੁਹਾਨੂੰ ਅੱਡ ਕਰ ਲਿਆ ਹੈ। ਹੁਣ ਤੁਸੀਂ ਸੰਸਾਰ ਦੇ ਨਹੀਂ। ਇਸ ਕਰਕੇ ਬਾਈਬਲ ਦੇ ਵਿੱਚ ਅੱਗੇ 20 ਆਇਤ ਪੜ੍ਹ ਰਿਹਾ ਹਾਂ, ਜਿਹੜੀ ਗੱਲ ਮੈਂ ਤੁਹਾਨੂੰ ਆਖੀ ਸੀ, ਚੇਤੇ ਰੱਖੋ, ਭਾਈ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ। ਜੋ ਉਹਨਾਂ ਨੇ ਮੈਨੂੰ ਸਤਾਇਆ, ਉਹ ਤੁਹਾਨੂੰ ਵੀ ਸਤਾਉਣਗੇ। ਜੇ ਉਹਨਾਂ ਮੇਰੇ ਵਚਨ ਦੀ ਪਾਲਣਾ ਕੀਤੀ ਤਾਂ ਉਹ ਤੁਹਾਡੇ ਵੀ ਵਚਨ ਦੀ ਪਾਲਣਾ ਕਰਨਗੇ। ਇਸ ਦੇ ਨਾਲ ਮੈਂ 17 ਅਧਿਆਏ ਉਸ ਦੀ 17 ਆਇਤ ਨੂੰ ਪੜ੍ਹ ਰਿਹਾ ਹਾਂ, 16 ਅਤੇ 17। ਉਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ। ਉਹਨਾਂ ਨੂੰ ਸੱਚਾਈ ਦੇ ਨਾਲ ਪਵਿੱਤਰ ਕਰ, ਤੇਰਾ ਵਚਨ ਸੱਚਾਈ ਹੈ। ਇਹਦਾ ਮਤਲਬ ਪਰਮੇਸ਼ਰ ਨੇ ਮੈਨੂੰ ਅਤੇ ਆਪ ਨੂੰ ਇਸ ਜਗਤ ਤੋਂ ਅਲੱਗ ਕੀਤਾ ਹੈ, ਪਰਮੇਸ਼ਰ ਦੀ ਪਵਿੱਤਰ ਸੇਵਾ ਕਰਨ ਦੇ ਲਈ। ਪਹਿਲਾਂ ਮੈਂ ਸੰਸਾਰ ਦਾ ਦਾਸ ਸੀ, ਹੁਣ ਮੈਂ ਪ੍ਰਭੂ ਯਿਸੂ ਮਸੀਹ ਦਾ ਦਾਸ ਹਾਂ। ਪ੍ਰਭੂ ਯਿਸੂ ਮਸੀਹ ਦਾ ਦਾਸ ਉਹਦੀ ਪਵਿੱਤਰ ਭਗਤੀ ਕਰਨ ਦੇ ਲਈ। ਔਰ ਉਸ ਦੇ ਲਈ ਮੈਂ ਜੋ ਦੂਸਰਾ ਵਚਨ ਦੇਖਦਾ, ਦੂਸਰਾ ਕਰੰਥੀਆਂ 6 ਅਧਿਆਏ ਉਸ ਦੀ 14 ਤੋਂ 18 ਹੈ। ਇੱਥੇ ਇਸ ਤਰ੍ਹਾਂ ਲਿਖਿਆ, ਤੁਸੀਂ ਬੇਪਰਤੀਤਿਆਂ ਦੇ ਨਾਲ ਅਣਸੁਣੇ ਨਾ ਜੀਤੋ, ਕਿਉਂ ਜੋ ਧਰਮ ਦੀ ਕੁਧਰਮ ਦੇ ਨਾਲ ਕੀ ਸਾਂਝ ਹੈ, ਜਾਂ ਚਾਨਣ ਦਾ ਹਨੇਰੇ ਨਾਲ ਕੀ ਮੇਲ ਹੈ, ਜਾਂ ਮਸੀਹ ਦਾ ਬਲਿਆਲ ਦੇ ਨਾਲ ਕੀ ਮੇਲ ਹੈ, ਅਥਵਾ ਪ੍ਰਤੀਤਵਾਨ ਦਾ ਬੇਪਰਤੀਤੇ ਨਾਲ ਕੀ ਹਿੱਸਾ ਹੈ,
ਅਤੇ ਪਰਮੇਸ਼ਵਰ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ ਹੈ? ਅਸੀਂ ਤਾਂ ਪਵਿੱਤਰ ਪਰਮੇਸ਼ਵਰ ਦੀ ਹੈਕਲ ਹਾਂ, ਜਿਵੇਂ ਪਰਮੇਸ਼ਵਰ ਨੇ ਵਚਨ ਵੀ ਕੀਤਾ, ਮੈਂ ਉਹਨਾਂ ਵਿੱਚ ਵਾਸ ਕਰਾਂਗਾ ਅਤੇ ਚੱਲਿਆ ਫਿਰਾਂ ਕਰਾਂਗਾ। ਇਹਦਾ ਮਤਲਬ ਜਦੋਂ ਅਸੀਂ ਵਿਸ਼ਵਾਸ ਦੇ ਵਿੱਚ ਆ ਜਾਂਦੇ ਹਾਂ, ਫਿਰ ਪੌਲਸ ਰਸੂਲ ਦਾ ਉਹ ਵਚਨ ਮੇਰੇ ਵਿੱਚ ਪ੍ਰਗਟ ਹੁੰਦਾ ਹੈ, ਗਲਾਤੀਆਂ 2:20, ਕਿ ਹੁਣ ਮੈਂ ਜਿੰਦਾ ਨਹੀਂ, ਮੇਰੇ ਵਿੱਚ ਮਸੀਹ ਜਿੰਦਾ ਹੈ, ਜਿਹਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਮੇਰੇ ਜੀਵਨ ਨੂੰ ਬਚਾਉਣ ਲਈ ਆਪਣੇ ਆਪ ਨੂੰ ਦੇ ਦਿੱਤਾ। ਇਹਦਾ ਮਤਲਬ ਹੈ ਕਿ ਮੈਂ ਮਸੀਹ ਦੇ ਨਾਲ ਇਸ ਸੰਸਾਰ ਤੋਂ ਅੱਡ ਕੀਤਾ ਗਿਆ। ਕਿੱਥੇ ਲਈ? ਸਵਰਗ ਲਈ। ਹੁਣ ਮੈਂ ਸਰਗ ਉਤਲੀਆਂ ਗੱਲਾਂ ਦੇ ਉੱਤੇ ਚਿੱਤ ਲਾਉਂਦਾ, ਧਰਤੀ ਇਤਲੀਆਂ ਚੀਜ਼ਾਂ ਦੇ ਉੱਤੇ ਚਿੱਤ ਨਹੀਂ। ਇਸ ਲਈ ਪਰਮੇਸ਼ਵਰ ਨੇ ਸਾਫ਼ ਰੀਤੀ ਨਾਲ ਲਿਖਿਆ ਕਿ ਮੈਨੂੰ ਇਸ ਸੰਸਾਰ ਤੋਂ ਅਲੱਗ ਸੇਵਾ ਦੇ ਲਈ, ਅਲੱਗ ਹੋਣ ਦੇ ਲਈ ਚੁਣ ਲਿਆ। ਅਲੱਗ ਹੋਣ ਦਾ ਮਤਲਬ ਹੈ ਮਸੀਹ ਦੇ ਨਾਲ ਆਤਮਿਕ ਜੀਵਨ ਜੀਣ ਦੇ ਲਈ ਮੈਨੂੰ ਅਲੱਗ ਕਰਕੇ ਚੁਣ ਲਿਆ ਹੈ। ਆਤਮਿਕ ਜੀਵਨ ਜੀਣ ਦੇ ਲਈ ਮੈਨੂੰ ਅਲੱਗ ਕਰਕੇ ਆਤਮਿਕ ਜੀਵਨ ਜੀਣ ਦੇ ਲਈ ਸੰਸਾਰ ਇਹ ਕਰਦਾ, ਮੈਂ ਨਹੀਂ ਕਰ ਸਕਦਾ। ਸੰਸਾਰ ਬੀੜੀ ਪੀਂਦਾ, ਮੈਂ ਨਹੀਂ ਪੀ ਸਕਦਾ। ਸੰਸਾਰ ਡਰਿੰਕ ਕਰਦਾ, ਮੈਂ ਨਹੀਂ ਕਰ ਸਕਦਾ। ਸੰਸਾਰ ਝੂਠ ਬੋਲਦਾ, ਮੈਂ ਨਹੀਂ ਬੋਲ ਸਕਦਾ। ਸੰਸਾਰ ਝੂਠੀ ਗਵਾਹੀ ਦਿੰਦਾ, ਮੈਂ ਨਹੀਂ ਦੇ ਸਕਦਾ। ਮੈਨੂੰ ਪਰਮੇਸ਼ਵਰ ਨੇ ਸੰਸਾਰ ਤੋਂ ਔਰ ਸਮਾਜਿਕ ਸੰਸਾਰਿਕ ਲੋਕਾਂ ਤੋਂ, ਉਹਨਾਂ ਦੀਆਂ ਗਤੀਵਿਧੀਆਂ ਤੋਂ ਅਲੱਗ ਕਰਕੇ ਬੁਲਾਇਆ ਅਤੇ ਚੁਣ ਲਿਆ, ਇਸ ਲਈ ਕਿ ਮੈਂ ਆਤਮਿਕ ਰੀਤੀ ਨਾਲ ਮਸੀਹ ਦੇ ਨਾਲ ਸੰਗਤ ਕਰ ਸਕਾਂ। ਆਤਮਿਕ ਰੀਤੀ ਨਾਲ ਮਸੀਹ ਨਾਲ ਸੰਗਤ ਕਰਨਾ ਰੋਟੀ ਤੋੜਨਾ ਹੈ, ਸਿੱਖਿਆ ਲੈਣਾ ਹੈ, ਸੰਗਤ ਕਰਨਾ ਹੈ, ਪ੍ਰਾਰਥਨਾ ਕਰਨਾ। ਇਹ ਮਸੀਹ ਦੀ ਆਤਮਿਕ ਸੰਗਤ ਦੇ ਨਾਲ, ਉਹਦੀ ਆਤਮਿਕ ਰੀਤੀ ਦੇ ਨਾਲ ਦਿਨ ਪ੍ਰਤੀ ਦਿਨ ਉਸ ਦੇ ਵਿੱਚ ਅੱਗੇ ਵਧਣਾ ਹੈ। ਔਰ ਪੰਜਵੀਂ ਗੱਲ ਹੈ ਪਰਮੇਸ਼ਰ ਦੇ ਪੁੱਤਰ ਹੋਣ ਦਾ ਸੱਦਾ, ਭਾਵ ਪਰਮੇਸ਼ਰ ਦੇ ਬੁਲਾਏ ਹੋਏ ਵਿੱਚ ਬਣੇ ਰਹਿਣਾ। ਔਰ ਇਸ ਦੇ ਲਈ ਜੋ ਮੈਂ ਪਰਮੇਸ਼ਰ ਦਾ ਵਚਨ ਦੇਖ ਰਿਹਾ ਹਾਂ ਉਹ ਹੈ 1 ਯਹੋਨਾ 3 ਅਧਿਆਏ ਉਸ ਦੀ 1 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। 1 ਯਹੋਨਾ 3 ਅਧਿਆਏ ਉਸ ਦੀ 1 ਆਇਤ ਕਹਿੰਦਾ, ਵੇਖੋ ਪਿਤਾ ਨੇ ਸਾਡੇ ਨਾਲ ਕਿਹੋ ਜਿਹਾ ਪ੍ਰੇਮ ਕੀਤਾ ਹੈ, ਜੋ ਅਸੀਂ ਪਰਮੇਸ਼ਰ ਦੇ ਬਾਲਕ ਸਦਾਈਏ, ਅਤੇ ਇਹੋ ਅਸੀਂ ਹਾਂ ਵੀ। ਇਸ ਕਰਕੇ ਸੰਸਾਰ ਸਾਨੂੰ ਨਹੀਂ ਜਾਣਦਾ, ਕਿਉਂ ਜੋ ਉਸ ਨੇ ਉਸ ਨੂੰ ਨਹੀਂ ਜਾਣਿਆ। ਪਰਮੇਸ਼ਰ ਦੇ ਬਾਲਕ ਸਦਾਈਏ, ਇਹਦਾ ਮਤਲਬ ਪਰਮੇਸ਼ਰ ਦੇ ਬਾਲਕ ਹੋਣ ਦੇ ਲਈ ਪਰਮੇਸ਼ਰ ਨੇ ਮੈਨੂੰ ਬੁਲਾਇਆ ਹੈ। ਕਾਲਵਰੀ ਕਰੂਸ ਦੇ ਉੱਤੇ ਪ੍ਰਭੂ ਯਿਸੂ ਮਸੀਹ ਦਿੱਤਾ ਗਿਆ ਸੀ, ਤਾਂ ਜੋ ਉੱਥੇ ਦਾ ਸੂਬੇਦਾਰ ਸੀ, ਉਸ ਨੇ ਜਦੋਂ ਪ੍ਰਭੂ ਯਿਸੂ ਮਸੀਹ ਦੀ ਸਾਰੀ ਉਸ ਪੋਜੀਸ਼ਨ ਨੂੰ ਅਤੇ ਸਾਰੇ ਕਾਰਜ ਨੂੰ ਵੇਖਿਆ, ਗੋਡਿਆਂ ਦੇ ਭਾਰ ਚੁੱਕ ਕੇ ਉਹਨੇ ਕਿਹਾ, ਸੱਚਮੁੱਚ ਇਹ ਪਰਮੇਸ਼ਰ ਦਾ ਪੁੱਤਰ ਹੈ, ਸੱਚਮੁੱਚ ਇਹ ਧਰਮੀ ਪੁਰਖ ਹੈ। ਔਰ ਜਦੋਂ ਅਸੀਂ ਰਸੂਲਾਂ ਦੇ ਕਰਤੱਵ 11 ਅਧਿਆਏ ਉਸ ਦੀ 26 ਆਇਤ ਪੜ੍ਹਦੇ ਹਾਂ, ਸਭ ਤੋਂ ਪਹਿਲਾਂ ਚੇਲੇ ਅੰਤਾਕਿਆ ਵਿੱਚ ਮਸੀਹੀ ਸਦਾਏ, ਪਰਮੇਸ਼ਵਰ ਦੇ ਬਾਲਕ ਸਦਾਏ। ਪਿਆਰੋ, ਮੈਨੂੰ ਪਰਮੇਸ਼ਵਰ ਨੇ ਪਰਮੇਸ਼ਵਰ ਦੇ ਬਾਲਕ ਹੋਣ ਲਈ ਸੱਦਿਆ ਹੈ। ਔਰ ਇਹ ਬਾਲਕ ਤਦੇ ਹੀ ਸਦਾਏ ਜਾਵਾਂਗੇ ਜਦੋਂ ਅਸੀਂ ਵਚਨ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਾਂਗੇ, ਵਚਨ ਦੇ ਅਨੁਸਾਰ ਆਪਣੇ ਜੀਵਨ ਦੀ ਬੋਲੀ ਬੋਲਾਂਗੇ, ਵਚਨ ਦੇ ਅਨੁਸਾਰ ਅਸੀਂ ਆਪਣੇ ਜੀਵਨ ਦੇ ਵਿੱਚ ਚੱਲਾਂਗੇ, ਸੰਸਾਰ ਦੇ ਨਾਲ, ਪਾਪ ਦੇ ਨਾਲ ਕੰਪਰੋਮਾਈਜ਼ ਨਹੀਂ ਕਰਾਂਗੇ। ਤਦ ਅਸੀਂ ਪਰਮੇਸ਼ਰ ਦੇ ਬਾਲਕ ਸਦਾਏ ਜਾਵਾਂਗੇ, ਨਹੀਂ ਤਾਂ ਸਾਡੇ ਵਿੱਚ ਸਵਾਲੀਏ ਨਿਸ਼ਾਨ ਲੱਗ ਜਾਏਗਾ। ਔਰ 6ਵੀਂ ਗੱਲ, ਦੁੱਖਾਂ ਦਾ ਸੱਦਾ। ਜੇ ਮਸੀਹ ਵਿੱਚ ਹੈ ਤਾਂ ਦੁੱਖਾਂ ਦੇ ਲਈ ਵੀ ਬੁਲਾਹਟ ਹੈ, ਔਰ ਇਸ ਦੇ ਲਈ ਤਾਂ ਬਹੁਤ ਸਾਰੇ ਪਰਮੇਸ਼ਰ ਦੇ ਹਵਾਲੇ ਆ। ਮੈਂ ਪਿਛਲੇ ਦਿਨਾਂ ਦੇ ਵਿੱਚ ਇਸ ਦਾ ਮੈਸੇਜ ਵੀ ਆਪ ਨੂੰ ਦੇ ਚੁੱਕਾ ਹਾਂ। ਇਸ ਦੇ ਲਈ ਫਟਾਫਟ ਮੈਂ ਇੱਕ ਵਚਨ ਪੜ੍ਹਾਂਗਾ। ਯਹੋਨਾ ਦੀ ਅੰਜੀਲ ਉਸ ਦਾ 16 ਅਧਿਆਏ ਉਸ ਦੀ 33 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। ਮੈਂ ਆਪ ਦੇ ਲਈ ਪੜ੍ਹ ਰਿਹਾ। ਯਹੋਨਾ ਦੀ ਅੰਜੀਲ 16 ਅਧਿਆਏ ਉਸ ਦੀ 33 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਕਹਿੰਦਾ ਹੈ,
ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਮਿਲੇ। ਜਗਤ ਵਿੱਚ ਤੁਹਾਨੂੰ ਕਲੇਸ਼ ਹੈ, ਦੁੱਖ ਹੈ, ਕਸ਼ਟ ਹੈ, ਪਰ ਹੌਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ। ਪਰਮੇਸ਼ਵਰ ਨੇ ਸਾਨੂੰ ਦੁੱਖਾਂ ਦੇ ਲਈ ਸੱਦਿਆ ਹੈ, ਪਰ ਉਸ ਦੁੱਖ ਨੂੰ ਜਿੱਤਣ ਦੇ ਲਈ ਉਸ ਨੇ Please like, ਆਪਣੇ share, ਜੀਵਨ ਨੂੰ comment ਸਾਡੇ and ਉੱਤੇ subscribe ਪ੍ਰਗਟ to ਕੀਤਾ। this channel. ਕਿਵੇਂ ਅਸੀਂ ਇਹ ਵੀ ਦੇਖ ਲੈਂਦੇ ਹਾਂ, ਜਦੋਂ ਅਸੀਂ ਰਸੂਲਾਂ ਦੇ ਕਰਤੱਵ 14 ਅਧਿਆਇ ਉਸ ਦੀ 22 ਆਇਤ ਪੜ੍ਹਦੇ ਹਾਂ। ਰਸੂਲਾਂ ਦੇ ਕਰਤੱਵ ਉਸ ਦਾ 14 ਅਧਿਆਇ ਉਸ ਦੀ ਔਰ ਚੇਲਿਆਂ ਦੇ ਮਨਾਂ ਨੂੰ ਤਗੜੇ ਕਰਦੇ ਔਰ ਇਹ ਉਪਦੇਸ਼ ਦਿੰਦੇ ਸਨ ਕਿ ਨਿਚਾ ਵਿੱਚ ਬਣੇ ਰਹੋ, ਅਤੇ ਕਿਹਾ ਭਾਈ ਬਹੁਤ ਬਿਪਤਾ ਸਹਿ ਕੇ ਪਰਮੇਸ਼ਰ ਦੇ ਰਾਜ ਵਿੱਚ, ਬਹੁਤ ਕਸ਼ਟ ਸਹਿ ਕੇ ਪਰਮੇਸ਼ਰ ਦੇ। ਪਰ ਜੇ ਸਾਨੂੰ ਕਸ਼ਟ ਹੈ, ਬਿਪਤਾ ਹੈ, ਤਾਂ ਉਸ ਵਿੱਚ ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ, ਕਿਉਂਕਿ ਜਦੋਂ ਅਸੀਂ ਪਹਿਲਾ ਕੁਰਿੰਥੀਆਂ 10 ਅਧਿਆਇ ਉਸ ਦੀ 13 ਆਇਤ ਪੜ੍ਹਦੇ ਹਾਂ ਤਾਂ ਉਸ ਵਿੱਚ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ ਉਹ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ, ਇਹੋ ਜਿਹਾ ਕੋਈ ਦੁੱਖ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ, ਪਰ ਪਰਮੇਸ਼ਰ ਵਫਾਦਾਰ ਹੈ ਜੋ ਤੁਹਾਡੀਆਂ ਸ਼ਕਤੀਆਂ ਵਾਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ, ਸਗੋਂ ਪਰਤਾਵੇ ਦੇ ਨਾਲ ਵੱਚ ਜਾਣ ਦਾ ਉਪਾਅ ਵੀ ਕੱਢ ਦੇਵੇਗਾ ਕਿ ਭਾਈ ਤੁਸੀਂ ਉਸ ਦੁੱਖ ਨੂੰ, ਉਸ ਨੂੰ ਸਹਿ ਸਕੋ। ਇਹਦਾ ਮਤਲਬ ਪਰਮੇਸ਼ਵਰ ਨੇ ਜੋ ਦੁੱਖਾਂ ਦੇ ਲਈ ਸੱਦਿਆ ਹੈ ਤਾਂ ਆਨੰਦ ਦੇ ਨਾਲ, ਬਾਈਬਲ ਦੇ ਵਿੱਚ ਲਿਖਿਆ ਹੈ ਜੇ ਤੁਹਾਡੇ ਉੱਤੇ ਕੋਈ ਦੁੱਖ ਆਉਂਦਾ ਹੈ, ਤੁਹਾਡੇ ਉੱਤੇ ਕੋਈ ਦੋਸ਼ ਆਉਂਦਾ ਹੈ, ਤੁਹਾਡੇ ਉੱਤੇ ਕੋਈ ਨਿੰਦਾ ਆਉਂਦੀ ਹੈ, ਤੁਹਾਡੇ ਉੱਤੇ ਕੋਈ ਕਲੇਸ਼ ਆਉਂਦਾ ਹੈ, ਤਾਂ ਆਨੰਦ ਹੋਵੋ, ਕਿਉਂਕਿ ਤੁਹਾਡੇ ਨਾਮ ਜੀਵਨ ਦੀ ਪੁਸਤਕ ਤੇ ਲਿਖੇ ਹੋਏ ਹਨ। ਇਹ ਮੇਰੇ ਲਈ ਆਨੰਦ ਦੀ ਗੱਲ ਹੈ। ਅੰਤਿਮ ਗੱਲ ਅਸੀਂ ਪੜਾਂਗੇ, ਅਧੀਨਗੀ ਦਾ ਸੱਦਾ। ਅਧੀਨਗੀ ਦਾ ਸੱਦਾ ਪਰਮੇਸ਼ਵਰ ਦੇ ਸੇਵਕ ਹੋਣ ਦਾ ਸੱਦਾ। ਬਹੁਤ ਲੋਕ ਇਸ ਪੈਸੇ ਤੋਂ ਭਟਕ ਜਾਂਦੇ ਆ। ਪਹਿਲਾਂ ਮੈਂ ਜੋ ਆਪਣਾ ਪੜਿਆ ਸੇਵਾ ਦੇ ਲਈ ਸੱਦਾ, ਉਹ ਅਲੱਗ ਹੈ ਤੁਹਾਡੇ ਸਮਾਜ ਦੇ ਲਈ, ਤੁਹਾਡੇ ਵਿੱਚ। ਪਰ ਅਧੀਨਗੀ ਦਾ ਸੱਦਾ ਇਹ ਬਹੁਤ ਜ਼ਿਆਦਾ ਗੰਭੀਰ ਹੈ। ਅੱਜ ਸੇਵਕ ਅਧੀਨ ਨਹੀਂ ਹੈ, ਅੱਜ ਬਗਾਵਤ ਵਾਲੇ ਸੇਵਕ ਹੈ, ਅੱਜ ਬੁਰਾਈ ਵਾਲੇ ਸੇਵਕ ਹੈ। ਤੁਹਾਡੇ ਸਾਹਮਣੇ ਆ ਕੇ ਉਹ ਤੁਹਾਨੂੰ ਜੈ ਮਸੀਹ ਦੀ ਕਹਿਣਗੇ, ਪਰ ਪਿੱਠ ਪਿੱਛੋਂ ਤੁਹਾਡੀ ਹੀ ਨਿੰਦਾ, ਤੁਹਾਡੀਆਂ ਹੀ ਆਪਣਾ ਪਰਤਾ ਲਾਉਣ ਵਾਲੇ ਹੋਣਗੇ। ਅੱਜ ਇਹ ਲੋਕ ਪਰਮੇਸ਼ਰ ਦੇ ਉਸ ਬੁਲਾਹਟ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ। ਰੋਮੀਆਂ ਦੀ ਪੁਸਤਕ 13 ਅਧਿਆਇ ਉਸ ਦੀ 4 ਅਤੇ 5 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ। ਰੋਮੀਆਂ ਦੀ ਪੁਸਤਕ 13 ਅਧਿਆਇ ਉਸ ਦੀ 4 ਅਤੇ 5 ਆਇਤ ਨੂੰ ਇੱਥੇ ਲਿਖਿਆ ਹੈ, ਕਿਉਂ ਜੋ ਉਹ ਪਰਮੇਸ਼ਰ ਦਾ ਸੇਵਕ ਤੇਰੀ ਭਲਾਈ ਲਈ ਹੈ, ਪਰ ਜੇਕਰ ਤੂੰ ਬੁਰਾ ਕਰੇ ਤਾਂ ਡਰ ਇਸ ਲਈ ਜੋ ਉਹ ਐਵੇਂ ਤਲਵਾਰ ਲਏ ਹੋਏ ਨਹੀਂ ਹੈ। ਉਹ ਤਾਂ ਪਰਮੇਸ਼ਰ ਦਾ ਸੇਵਕ ਹੈ, ਭਾਈ ਕੁਧਰਮੀ ਨੂੰ ਸਜ਼ਾ ਦੇਵੇ। ਇਸ ਲਈ ਮੇਰਾ ਕ੍ਰੋਧ ਹੀ ਦੇ ਕਾਰਨ ਨਹੀਂ, ਸਗੋਂ ਅੰਤःਕਰਨ ਵੀ ਦੇ ਕਾਰਨ ਅਧੀਨ ਹੋਣ ਲੋੜੀਂਦਾ ਹੈ। ਇੱਥੇ ਲਿਖਿਆ ਹੈ ਕਿ ਜੇਕਰ ਤੈਨੂੰ ਭਲਾਈ ਕਰਨ ਦੇ ਲਈ, ਤੈਨੂੰ ਸੇਵਾ ਦੇ ਲਈ ਚੁਣਿਆ ਹੈ ਤਾਂ ਬੁਰਾ ਨਾ ਕਰ, ਕਿਉਂਕਿ ਤਲਵਾਰ ਤੁਹਾਡੇ ਉੱਤੇ ਵੀ ਲਟਕੀ ਹੋਈ ਹੈ। ਇਸ ਲਈ ਮੈਨੂੰ ਉਹ ਵਚਨ ਯਾਦ ਆ ਜਾਂਦਾ ਹੈ ਜਿੱਥੇ ਪਰਮੇਸ਼ਵਰ ਦਾ ਦਾਸ ਯਾਕੂਬ ਉਸ ਦਾ 4 ਅਧਿਆਇ ਉਸ ਦੀ 1 ਆਇਤ ਪੜ੍ਹਦਾ ਹਾਂ, 3 ਅਧਿਆਇ ਉਸ ਦੀ 1 ਆਇਤ, ਹੇ ਮੇਰੇ ਭਰਾਵੋ ਬਾਲੇ ਉਪਦੇਸ਼ਕ ਨਾ ਬਣੋ, ਕਿਉਂ ਜੋ ਤੁਸੀਂ ਜਾਣਦੇ ਹੋ ਜੋ ਸਾਨੂੰ ਵਧੀਕ ਸਜ਼ਾ ਮਿਲੇਗੀ। ਯਾਕੂਬ ਆਪਣੇ ਕਲੀਸਿਆ ਦੇ, ਕਿਉਂਕਿ ਯਾਕੂਬ ਕਲੀਸਿਆ ਦਾ ਬਜ਼ੁਰਗ ਸੀ, ਬਜ਼ੁਰਗ ਹੋਣ ਦੇ ਨਾਤੇ ਉਪਦੇਸ਼ਕਾਂ ਨੂੰ ਅਤੇ ਸੇਵਕਾਂ ਨੂੰ ਇਹ ਗੱਲ ਕਹਿ ਰਿਹਾ। ਕਿਉਂ ਕਹਿ ਰਿਹਾ? ਕਾਰਨ ਕੀ ਹੈ? ਉਸ ਦਾ ਕਹਿਣ ਦਾ ਕਾਰਨ ਹੈ ਕਿ ਤੁਹਾਡੇ ਇੱਕ ਇੱਕ ਬੋਲੇ ਸ਼ਬਦ ਦਾ, ਤੁਹਾਡੇ ਇੱਕ ਇੱਕ ਆਪਣਾ ਕੀਤੇ ਹੋਈ ਸੇਵਾ ਦੇ ਕਾਰਜ ਦਾ ਹਿਸਾਬ ਪਰਮੇਸ਼ਰ ਲਏਗਾ। ਮਨੁੱਖ ਜਾਂ ਇਸ ਧਰਤੀ ਦੇ ਨਹੀਂ ਲੈਣਗੇ। ਤੁਸੀਂ ਕਿੰਨਾ ਜ਼ਿਆਦਾ, ਮੈਂ ਤਾਂ ਬਹੁਤ ਸੇਵਾ ਕਰਤੀ, ਮੈਂ ਥੱਕ ਗਿਆ।
ਦਿਨ ਰਾਤ ਪਰਮੇਸ਼ਰ ਦੀ ਸੇਵਾ ਕਰਨ ਵਾਲੇ ਸੇਵਕ ਹੈ, ਜਿਹੜੇ ਨਿਸਵਾਰਥਤਾ ਦੇ ਨਾਲ ਕਰਦੇ ਆ, ਨਿਸਵਾਰਥਤਾ ਦੇ ਨਾਲ ਕਰਦੇ ਆ, ਔਰ ਜਿਹੜੇ ਹਮੇਸ਼ਾ ਸੇਵਾ ਦੇ ਨਾਲ ਪਰਮੇਸ਼ਰ ਵਿੱਚ ਜੁੜੇ ਰਹਿੰਦੇ ਆ, ਜਿਹੜੇ ਪਾਪ ਕਰਨ ਵਾਲਿਆਂ ਦੇ ਨਾਲ ਕੰਪਰੋਮਾਈਜ਼ ਨਹੀਂ ਕਰਦੇ। ਕਹਿਣ ਦਾ ਪਾਪ ਨੂੰ ਪਾਪ ਕਹਿੰਦੇ ਆ, ਅਤੇ ਪਵਿੱਤਰਤਾ ਦੇ ਨਾਲ ਪਵਿੱਤਰਤਾ ਦੇ ਸ਼ਬਦ ਦੇ ਨਾਲ ਅੱਗੇ ਚੱਲਦੇ। ਉਹ ਪਰਮੇਸ਼ਰ ਦੇ ਅਧੀਨ ਕੀਤੇ ਹੋਏ ਸੇਵਕ ਹੈ। ਹੁਣ ਪਛਾਣ ਕਰਨੀ ਹੈ ਕਿ ਪਰਮੇਸ਼ਰ ਨੇ ਮੈਨੂੰ ਕਿਸ ਬੁਲਾਹਟ ਦੇ ਵਿੱਚ ਕਿਵੇਂ ਸੱਦਿਆ। ਮੈਂ ਆਪ ਨੂੰ ਦੱਸ ਦਿੱਤਾ ਹੈ। ਤੁਸੀਂ ਇਸ ਬੁਲਾਹਟ ਦੇ ਨਾਲ ਆਪਣੇ ਆਪ ਨੂੰ ਪਛਾਣਨਾ ਹੈ, ਔਰ ਜਦੋਂ ਤੁਸੀਂ ਇਸ ਪਛਾਣ ਦੇ ਵਿੱਚ ਵਧੋਗੇ ਤਾਂ ਪਰਮੇਸ਼ਰ ਯਕੀਨਨ ਤੁਹਾਨੂੰ ਬਲੈਸ ਕਰੇਗਾ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ, ਇਸ ਬੁਲਾਵੇ ਦੇ ਸੱਦੇ ਦੇ ਨਾਲ ਆਪ ਨੂੰ ਬਰਕਤ ਦੇਵੇ, ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਾਰਾਨਾਥ।